ਸਾਰੇ ਹੀ ਬੱਚਿਆਂ ਨੂੰ ਜੈ ਯਿਸੂ ਮਸੀਹ ਦੀ। ਅੱਜ ਅਸੀਂ ਕੈਟੇਕਿਜ਼ਮ ਬੁੱਕ ਯਿਸੂ ਨਾਲ ਚੱਲਣਾ 8ਵੀਂ ਜਮਾਤ ਉਸ ਦੇ ਵਿੱਚੋਂ 8ਵਾਂ ਅਧਿਆਇ ਦੇਖਾਂਗੇ ਜੋ ਕਿ 37 ਪੇਜ ਤੇ ਹੈ। 37 ਪੇਜ 8ਵਾਂ ਅਧਿਆਇ। ਪ੍ਰਭੂ ਯਿਸੂ ਸਾਡੇ ਲਈ ਮਰ ਗਏ। ਯਿਸੂ ਬਾਹਰ ਆਇਆ ਅਤੇ ਆਪਣੇ ਦਸਤੂਰ ਅਨੁਸਾਰ ਜੈਤੂਨ ਪਹਾੜ ਵੱਲ ਗਿਆ ਅਤੇ ਉਸਦੇ ਚੇਲੇ ਉਸਦੇ ਪਿੱਛੇ ਚੱਲ ਪਏ। ਜਦੋਂ ਉਹ ਉਸ ਥਾਂ ਉੱਤੇ ਪਹੁੰਚੇ ਤਾਂ ਉਸਨੇ ਉਹਨਾਂ ਨੂੰ ਕਿਹਾ, ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ। ਫਿਰ ਉਹ ਉਹਨਾਂ ਤੋਂ ਇੱਕ ਟੇਮ ਸੁੱਟਣ ਦੀ ਦੂਰੀ ਤੱਕ ਪਰਾਂ ਵੱਖਰੇ ਜਾ ਕੇ ਗੋਡੇ ਟੇਕ ਕੇ ਪ੍ਰਾਰਥਨਾ ਕਰਨ ਲੱਗਾ ਕਿ ਬਾਪ, ਜੇਕਰ ਤੁਸੀਂ ਚਾਹੋ ਤਾਂ ਇਹ ਪਿਆਲਾ ਮੇਰੇ ਤੋਂ ਹਟਾ ਲਵੋ, ਫਿਰ ਵੀ ਮੇਰੀ ਇੱਛਾ ਨਹੀਂ ਤੁਹਾਡੀ ਇੱਛਾ ਪੂਰੀ ਹੋਵੇ। ਤਦ ਉਸਨੂੰ ਹੌਸਲਾ ਦੇਣ ਲਈ ਸਵਰਗਾ ਤੋਂ ਇੱਕ ਫਰਿਸ਼ਤਾ ਦਿਖਾਈ ਦਿੱਤਾ। ਮਰਨ ਪੀੜਾ ਵਿੱਚ ਉਸਨੇ ਹੋਰ ਜ਼ੋਰ ਨਾਲ ਪ੍ਰਾਰਥਨਾ ਕੀਤੀ ਅਤੇ ਉਸਦਾ ਪਸੀਨਾ ਖੂਨ ਦੇ ਤੁਪਕੇ ਬਣ ਕੇ ਧਰਤੀ ਉੱਤੇ ਡਿੱਗਣ ਲੱਗ ਪਿਆ। ਉਸਨੇ ਅਜਿਹਾ ਮਾਨਸਿਕ ਸੰਤਾਪ ਹੰਢਾਇਆ। ਤਦ ਪਿਤਾ ਨੇ ਇਹ ਫੈਸਲਾ ਕੀਤਾ ਕਿ ਪਿਆਲੇ ਨੂੰ ਨਾ ਹਟਾਇਆ ਜਾਵੇ, ਪਰ ਦੁੱਖਾਂ ਨੂੰ ਸਵੀਕਾਰ ਕਰਨ ਲਈ ਉਸ ਨੂੰ ਹੋਰ ਤਾਕਤ ਦਿੱਤੀ ਜਾਵੇ। ਯਹੂਦਾ ਦਾ ਯਿਸੂ ਨਾਲ ਵਿਸ਼ਵਾਸਘਾਤ। ਇਸ ਸਮੇਂ ਯਹੂਦਾ, ਜੋ 12 ਚੇਲਿਆਂ ਵਿੱਚੋਂ ਇੱਕ ਸੀ, ਆਪਣੇ ਸੈਨਿਕਾਂ ਅਤੇ ਸੇਵਾਦਾਰਾਂ ਨਾਲ ਯਿਸੂ ਨੂੰ ਫੜਵਾਉਣ ਲਈ ਆਇਆ ਤੇ ਉਸਨੇ ਯਿਸੂ ਨੂੰ ਚੁੰਮਿਆ, ਜਿਹੜਾ ਕਿ ਧੋਖੇ ਦੇਣ ਦਾ ਇੱਕ ਇਸ਼ਾਰਾ ਸੀ। ਯਿਸੂ ਨੇ ਕਿਹਾ, ਯਹੂਦਾ, ਕੀ ਤੂੰ ਮੂੰਹ ਚੁੰਮ ਕੇ ਮਨੁੱਖ ਦੇ ਪੁੱਤਰ ਨਾਲ ਵਿਸ਼ਵਾਸਘਾਤ ਕਰੇਗਾ? ਜਿਹੜੇ ਸੇਵਾਦਾਰ ਉਸ ਦੇ ਨਾਲ ਸਨ ਉਹ ਯਿਸੂ ਨੂੰ ਦੇਖ ਕੇ ਭੱਜ ਗਏ ਜਦੋਂ ਉਹਨਾਂ ਨੂੰ ਇਹ ਪਤਾ ਲੱਗਾ ਕਿ ਯਿਸੂ ਨੂੰ ਫੜਵਾਉਣਾ ਹੈ। ਸਿਪਾਹੀਆਂ ਨੇ ਯਿਸੂ ਨੂੰ ਗ੍ਰਿਫਤਾਰ ਕਰ ਲਿਆ। ਪਤਰਸ ਦਾ ਇਨਕਾਰ। ਉਹਨਾਂ ਨੇ ਯਿਸੂ ਨੂੰ ਗ੍ਰਿਫਤਾਰ ਕੀਤਾ ਅਤੇ ਮਹਾਪੁਰੋਹਿਤ ਦੇ ਘਰ ਲੈ ਗਏ। ਪਤਰਸ ਯਿਸੂ ਦੇ ਪਿੱਛੇ ਪਿੱਛੇ ਕੁਝ ਦੂਰੀ ਤੇ ਗਿਆ। ਤਦ ਇੱਕ ਨੌਕਰਾਣੀ ਨੇ ਉਸ ਨੂੰ ਅੱਗ ਦੀ ਲੋਅ ਵਿੱਚ ਬੈਠਾ ਵੇਖਿਆ ਅਤੇ ਉਸ ਉੱਤੇ ਨੀਝ ਲਾ ਕੇ ਕਿਹਾ। ਇਹ ਆਦਮੀ ਵੀ ਉਸ ਦੇ ਨਾਲ ਸੀ, ਪਰ ਉਸਨੇ ਇਹ ਕਹਿੰਦੇ ਹੋਏ ਇਨਕਾਰ ਕੀਤਾ, ਬੀਬੀ, ਮੈਂ ਉਸ ਨੂੰ ਨਹੀਂ ਜਾਣਦਾ। ਕੁਝ ਚਿਰ ਬਾਅਦ ਹੋਰ ਕਿਸੇ ਨੇ ਉਸ ਨੂੰ ਵੇਖਿਆ ਅਤੇ ਕਿਹਾ, ਤੂੰ ਵੀ ਉਹਨਾਂ ਵਿੱਚੋਂ ਇੱਕ ਹੈ। ਪਰ ਪਤਰਸ ਨੇ ਕਿਹਾ ਕਿ ਜਨਾਬ, ਮੈਂ ਨਹੀਂ ਜਾਣਦਾ। ਤਕਰੀਬਨ 1 ਘੰਟੇ ਪਿੱਛੋਂ ਹੋਰ ਕਿਸੇ ਨੇ ਜ਼ੋਰ ਦੇ ਕੇ ਕਿਹਾ, ਸੱਚਮੁੱਚ ਇਹ ਆਦਮੀ ਉਸ ਦੇ ਨਾਲ ਸੀ, ਕਿਉਂਕਿ ਇਹ ਗਲੀਲੀ ਹੈ। ਪਤਰਸ ਨੇ ਕਿਹਾ, ਜਨਾਬ, ਮੈਂ ਨਹੀਂ ਜਾਣਦਾ, ਤੁਸੀਂ ਕੀ ਕਹਿ ਰਹੇ ਹੋ? ਪਿਛਾ ਮੁੜ ਜਦੋਂ ਅਜੇ ਉਹ ਇਹ ਬੋਲ ਹੀ ਰਿਹਾ ਸੀ ਤਾਂ ਤੁਰੰਤ ਕੁੱਕੜ ਨੇ ਬਾਂਗ ਦਿੱਤੀ ਅਤੇ ਪ੍ਰਭੂ ਨੇ ਪਿਛਾ ਮੁੜ ਕੇ ਪਤਰਸ ਵੱਲ ਵੇਖਿਆ। ਤਦ ਪਤਰਸ ਨੂੰ ਪ੍ਰਭੂ ਦੇ ਵਚਨ ਯਾਦ ਆਏ ਅਤੇ ਜੋ ਉਸਨੇ ਕਹੇ ਸਨ ਕਿ ਅੱਜ ਕੁੱਕੜ ਦੇ ਬਾਂਗ ਦੇਣ ਤੋਂ ਪਹਿਲਾਂ ਤੂੰ 3 ਵਾਰ ਮੇਰਾ ਇਨਕਾਰ ਕਰੇਗਾ। ਉਹ ਬਾਹਰ ਨਿਕਲ ਗਿਆ ਅਤੇ ਧਾਹਾਂ ਮਾਰ ਕੇ ਰੋਣ ਲੱਗਾ। ਯਿਸੂ ਪਿਲਾਤੁਸ ਦੇ ਸਾਹਮਣੇ। ਤਦ ਉਹਨਾਂ ਦੀ ਸਾਰੀ ਜਥੇਬੰਦੀ ਉੱਠੀ ਅਤੇ ਉਸ ਨੂੰ ਪਿਲਾਤੁਸ ਦੇ ਸਾਹਮਣੇ ਲੈ ਗਈ। ਉਹ ਇਹ ਕਹਿੰਦੇ ਹੋਏ ਉਸ ਉੱਤੇ ਦੋਸ਼ ਲਗਾਉਣ ਲੱਗੇ, ਅਸੀਂ ਵੇਖਿਆ ਹੈ ਕਿ ਇਹ ਆਦਮੀ ਸਾਡੀ ਕੌਮ ਨੂੰ ਗਲਤ ਰਾਹੇ ਪਾਉਂਦਾ ਹੈ ਅਤੇ ਕੈਸਰ ਨੂੰ ਟੈਕਸ ਦੇਣ ਤੋਂ ਸਾਨੂੰ ਮਨਾ ਕਰਦਾ ਹੈ ਅਤੇ ਕਹਿੰਦਾ ਹੈ ਕਿ ਇਹ ਆਪ ਮਸੀਹ ਹੈ, ਇੱਕ ਰਾਜਾ। ਇਹ ਸੁਣ ਕੇ ਪਿਲਾਤੁਸ ਨੇ ਯਿਸੂ ਨੂੰ ਕਿਹਾ ਕਿ ਤੁਸੀਂ ਯਹੂਦੀਆਂ ਦੇ ਰਾਜੇ ਹੋ? ਯਿਸੂ ਨੇ ਉੱਤਰ ਦਿੱਤਾ, ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ। ਜੇਕਰ ਮੇਰਾ ਰਾਜ ਇਸ ਸੰਸਾਰ ਦਾ ਹੁੰਦਾ ਤਾਂ ਮੇਰੇ ਸੇਵਕ ਮੇਰੇ ਵੱਲੋਂ ਲੜਦੇ ਭਈ ਮੈਂ ਯਹੂਦੀਆਂ ਦੇ ਹਵਾਲੇ ਨਾ ਕੀਤਾ ਜਾਂਦਾ, ਪਰ ਮੇਰਾ ਰਾਜ ਇਸ ਸੰਸਾਰ ਦਾ ਨਹੀਂ ਹੈ। ਪਿਲਾਤੁਸ ਸਮਝ ਗਿਆ ਕਿ ਯਿਸੂ ਨਿਰਦੋਸ਼ ਹੈ ਅਤੇ ਉਸ ਨੂੰ ਈਰਖਾ ਵਜੋਂ ਫੜਵਾਇਆ ਗਿਆ ਹੈ। ਉਹ ਯਿਸੂ ਨੂੰ ਆਜ਼ਾਦ ਕਰ ਦੇਣਾ ਚਾਹੁੰਦਾ ਸੀ। ਉਹਨਾਂ ਦਾ ਪਸਾਹ ਦੇ ਤਿਉਹਾਰ ਇੱਕ ਕੈਦੀ ਨੂੰ ਰਿਹਾ ਕਰਨ ਦਾ ਇੱਕ ਰਿਵਾਜ ਸੀ। ਇਸ ਕਰਕੇ ਪਿਲਾਤੁਸ ਨੇ ਪੁੱਛਿਆ ਕਿ ਮੈਂ ਯਹੂਦੀਆਂ ਦੇ ਰਾਜੇ ਨੂੰ ਆਜ਼ਾਦ ਕਰ ਦੇਵਾਂ? ਪਰ ਲੋਕਾਂ ਨੇ ਚਿਲਾ ਕੇ ਕਿਹਾ, ਇਸ ਆਦਮੀ ਨੂੰ ਨਹੀਂ, ਸਗੋਂ ਬਰਾਬਾਸ ਨੂੰ ਸਾਡੇ ਲਈ ਛੱਡ ਦਿਓ ਅਤੇ ਯਿਸੂ ਨੂੰ ਸੂਲੀ ਚੜਾ ਦਿਓ। ਜਦੋਂ ਪਿਲਾਤੁਸ ਨੇ ਦੇਖਿਆ ਕਿ ਉਸਦਾ ਕੁਝ ਵੀ ਵਸ ਨਹੀਂ ਚੱਲਦਾ, ਸਗੋਂ ਇੱਕ ਹੰਗਾਮਾ ਸ਼ੁਰੂ ਹੋ ਗਿਆ ਹੈ, ਤਾਂ ਉਸ ਨੇ ਪਾਣੀ ਲਿਆ ਅਤੇ ਇਹ ਕਹਿੰਦੇ ਹੋਏ ਲੋਕਾਂ ਦੇ ਸਾਹਮਣੇ ਆਪਣੇ ਹੱਥ ਧੋਤੇ, ਮੈਂ ਇਸ ਧਰਮੀ ਆਦਮੀ ਦੇ ਖੂਨ ਤੋਂ ਬਰੀ ਹਾਂ, ਇਸ ਨੂੰ ਤੁਸੀਂ ਜਾਣੋ। ਤਦ ਪਿਲਾਤੁਸ ਨੇ ਬਰਾਬਾਸ ਨੂੰ ਆਜ਼ਾਦ ਕਰ ਦਿੱਤਾ ਅਤੇ ਯਿਸੂ ਨੂੰ ਸੂਲੀ ਉੱਤੇ ਚੜਾਉਣ ਦਾ ਹੁਕਮ ਦਿੱਤਾ। ਯਿਸੂ ਦਾ ਮਖੌਲ ਉਡਾਉਣਾ। ਤਦ ਰਾਜਪਾਲ ਦੇ ਸਿਪਾਹੀ ਯਿਸੂ ਨੂੰ ਰਾਜਪਾਲ ਭਵਨ ਦੇ ਵਿਹੜੇ ਵਿੱਚ ਲੈ ਗਏ ਅਤੇ ਉਹਨਾਂ ਨੇ ਸਾਰੀ ਪਲਟਨ ਨੂੰ ਉਸਦੇ ਸਾਹਮਣੇ ਇਕੱਠਾ ਕੀਤਾ। ਉਹਨਾਂ ਨੇ ਉਸਦੇ ਕੱਪੜੇ ਉਤਾਰ ਦਿੱਤੇ ਅਤੇ ਉਸ ਨੂੰ ਇੱਕ ਗੁਲਨਾਰੀ ਲਿਬਾਸ ਪਹਿਨਾਇਆ ਅਤੇ ਕੰਡਿਆਂ ਦਾ ਤਾਜ ਗੁੰਦ ਕੇ ਉਸਦੇ ਸਿਰ ਉੱਤੇ ਰੱਖਿਆ ਅਤੇ ਉਸਦੇ ਸੱਜੇ ਹੱਥ ਵਿੱਚ ਇੱਕ ਕਾਨਾ ਫੜਾਇਆ। ਫਿਰ ਉਹਨਾਂ ਨੇ ਉਸਦੇ ਸਾਹਮਣੇ ਗੋਡੇ ਟੇਕ ਕੇ ਇਹ ਕਹਿੰਦੇ ਹੋਏ ਉਸਦਾ ਮਖੌਲ ਉਡਾਇਆ, ਯਹੂਦੀਆਂ ਦੇ ਰਾਜੇ ਦੀ ਜੈ ਹੋ। ਉਹਨਾਂ ਨੇ ਉਸ ਉੱਤੇ ਥੁੱਕਿਆ ਅਤੇ ਕਾਨੇ ਨਾਲ
ਉਸ ਦੇ ਸਿਰ ਉੱਤੇ ਮਾਰਿਆ। ਜਦੋਂ ਉਹਨਾਂ ਉਸ ਦਾ ਮਖੌਲ ਉਡਾ ਲਿਆ ਤਾਂ ਉਹਨਾਂ ਨੇ ਉਹ ਲਿਬਾਸ ਉਤਾਰ ਲਿਆ ਅਤੇ ਉਸ ਨੂੰ ਉਸ ਦੇ ਆਪਣੇ ਕੱਪੜੇ ਪਵਾਏ ਅਤੇ ਉਸ ਨੂੰ ਸਲੀਬ ਉੱਤੇ ਚੜਾਉਣ ਲਈ ਲੈ ਗਏ। ਕਲਵਰੀ ਦੀ ਯਾਤਰਾ। ਯੀਸ਼ੂ ਨੂੰ ਸਲੀਬ ਚੁੱਕ ਕੇ ਕਲਵਰੀ ਤੱਕ ਜਾਣ ਲਈ ਕਿਹਾ ਗਿਆ। ਰਸਤੇ ਵਿੱਚ ਸਿਪਾਹੀ ਉਹਨਾਂ ਨੂੰ ਤਸੀਹੇ ਦਿੰਦੇ ਰਹੇ, ਇਸ ਗੱਲ ਤੋਂ ਡਰਦੇ ਹੋਏ ਕਿ ਭਾਰੀ ਸਲੀਬ ਨੂੰ ਚੁੱਕ ਕੇ ਅਗਰ ਯੀਸ਼ੂ ਜਿਉਂਦਾ ਕਲਵਰੀ ਤੱਕ ਨਾ ਪੁੱਜ ਸਕਿਆ। ਬਾਹਰ ਨਿਕਲਦਿਆਂ ਉਹਨਾਂ ਨੂੰ ਕੁਰੀਨ ਨਾਂ ਦਾ ਨਿਵਾਸੀ ਸ਼ਮਾਉਨ ਨਾਂ ਦਾ ਇੱਕ ਆਦਮੀ ਮਿਲਿਆ। ਉਹਨਾਂ ਉਸ ਆਦਮੀ ਨੂੰ ਉਸ ਦੀ ਸਲੀਬ ਚੁੱਕ ਕੇ ਲੈ ਜਾਣ ਲਈ ਮਜਬੂਰ ਕੀਤਾ। ਜਿਹੜੀਆਂ ਔਰਤਾਂ ਯੀਸ਼ੂ ਦੇ ਨਾਲ ਇਹ ਹਾਲਤ ਵੇਖ ਕੇ ਰੋਈਆਂ, ਯੀਸ਼ੂ ਨੇ ਉਹਨਾਂ ਨੂੰ ਕਿਹਾ, ਯਰੂਸ਼ਲਮ ਦਿਓ ਧੀਓ, ਮੇਰੇ ਲਈ ਨਾ ਰਵੋ, ਸਗੋਂ ਆਪਣੇ ਆਪ ਅਤੇ ਆਪਣੇ ਬੱਚਿਆਂ ਲਈ ਸੋਗ ਕਰੋ। ਯੀਸ਼ੂ ਸਲੀਬ ਉੱਤੇ ਮਰ ਗਿਆ, ਇਸ ਲਈ ਉਹ ਯੀਸ਼ੂ ਨੂੰ ਲੈ ਗਏ ਅਤੇ ਉਹ ਆਪਣੀ ਸਲੀਬ ਆਪ ਚੁੱਕੀ ਬਾਹਰ ਉਸ ਥਾਂ ਤੱਕ ਗਿਆ ਜਿਸ ਨੂੰ ਖੋਪੜੀ ਦੀ ਥਾਂ ਆਖਦੇ ਹਨ ਅਤੇ ਇਬਰਾਨੀ ਵਿੱਚ ਗੋਲਗੋਥਾ। ਉੱਥੇ ਉਹਨਾਂ ਨੇ ਉਸ ਨੂੰ ਅਤੇ ਉਸ ਦੇ ਨਾਲ ਦੋ ਹੋਰਨਾਂ ਨੂੰ ਸਲੀਬ ਉੱਤੇ ਚੜਾਇਆ, ਇੱਕ ਨੂੰ ਦੋਹੀਂ ਪਾਸੇ ਅਤੇ ਯੀਸ਼ੂ ਨੂੰ ਉਹਨਾਂ ਦੇ ਵਿਚਕਾਰ। ਪਿਲਾਤੁਸ ਨੇ ਇੱਕ ਸਿਰਲੇਖ ਵੀ ਲਿਖ ਕੇ ਸਲੀਬ ਉੱਤੇ ਲਗਾਇਆ। ਉਹ ਇਸ ਤਰ੍ਹਾਂ ਸੀ, ਨਾਸਰਤ ਦਾ ਯੀਸ਼ੂ, ਯਹੂਦੀਆਂ ਦਾ ਰਾਜਾ। ਬਹੁਤ ਸਾਰੇ ਯਹੂਦੀਆਂ ਨੇ ਇਹ ਸਿਰਲੇਖ ਪੜ੍ਹਿਆ ਕਿਉਂਕਿ ਜਿੱਥੇ ਯੀਸ਼ੂ ਨੂੰ ਸਲੀਬ ਉੱਤੇ ਚੜਾਇਆ ਗਿਆ ਸੀ ਉਹ ਸ਼ਹਿਰ ਦੇ ਲਾਗੇ ਹੀ ਸੀ ਅਤੇ ਇਹ ਸਿਰਲੇਖ ਇਬਰਾਨੀ, ਲਾਤਾਨੀ ਅਤੇ ਯੂਨਾਨੀ ਭਾਸ਼ਾ ਵਿੱਚ ਲਿਖਿਆ ਹੋਇਆ ਸੀ। ਇਸ ਤੇ ਯਹੂਦੀਆਂ ਦੇ ਪ੍ਰਧਾਨ ਪੁਰੋਹਿਤਾਂ ਨੇ ਪਿਲਾਤੁਸ ਨੂੰ ਕਿਹਾ, ਇਹ ਨਾ ਲਿਖੋ ਯਹੂਦੀਆਂ ਦਾ ਰਾਜਾ, ਸਗੋਂ ਇਹ ਲਿਖੋ ਕਿ ਇਸ ਆਦਮੀ ਨੇ ਕਿਹਾ ਸੀ ਕਿ ਮੈਂ ਯਹੂਦੀਆਂ ਦਾ ਰਾਜਾ ਹਾਂ। ਪਿਲਾਤੁਸ ਨੇ ਉੱਤਰ ਦਿੱਤਾ, ਮੈਂ ਜੋ ਲਿਖ ਦਿੱਤਾ ਸੋ ਲਿਖ ਦਿੱਤਾ। ਯੀਸ਼ੂ ਨੂੰ ਸਲੀਬ ਉੱਤੇ ਚੜਾਉਣ ਤੋਂ ਬਾਅਦ ਸਿਪਾਹੀਆਂ ਨੇ ਉਸਦੇ ਕੱਪੜਿਆਂ ਨੂੰ ਲਿਆ ਅਤੇ 4 ਹਿੱਸੇ ਕੀਤੇ, ਹਰ ਇੱਕ ਸਿਪਾਹੀ ਲਈ ਇੱਕ ਹਿੱਸਾ। ਉਹਨਾਂ ਨੇ ਉਸਦਾ ਚੋਗਾ ਲਿਆ, ਪਰ ਉਹ ਚੋਗਾ ਬਿਨਾਂ ਸਿਉਣ ਦੇ ਸੀ ਅਤੇ ਉੱਪਰ ਤੋਂ ਹੇਠਾਂ ਤੱਕ ਸਾਰਾ ਬੁਣਿਆ ਹੋਇਆ ਸੀ। ਇਸ ਲਈ ਉਹਨਾਂ ਨੇ ਆਪੋ ਵਿੱਚ ਕਿਹਾ, ਅਸੀਂ ਇਸ ਨੂੰ ਨਾ ਪਾੜੀਏ, ਸਗੋਂ ਇਸ ਦੇ ਲਈ ਗੁਣਾ ਪਾਈਏ ਅਤੇ ਵੇਖੀਏ ਕਿ ਇਹ ਕਿਸ ਨੂੰ ਮਿਲਦਾ ਹੈ। ਇਸ ਲਈ ਹੋਇਆ ਕਿ ਪਵਿੱਤਰ ਲਿਖਤਾਂ ਦਾ ਇਹ ਵਾਕ ਪੂਰਾ ਕੀਤਾ ਜਾਵੇ, ਉਹਨਾਂ ਨੇ ਮੇਰੇ ਕੱਪੜੇ ਆਪੋ ਵਿੱਚ ਵੰਡ ਲਏ ਅਤੇ ਮੇਰੇ ਲਿਬਾਸ ਉੱਤੇ ਗੁਣਾ ਪਾਇਆ। ਇਸ ਲਈ ਸਿਪਾਹੀਆਂ ਨੇ ਇੰਜ ਹੀ ਕੀਤਾ। ਹੁਣ ਲਗਭਗ ਦੁਪਹਿਰ ਦਾ ਸਮਾਂ ਸੀ ਅਤੇ ਤੀਜੇ ਪਹਿਰ ਤੱਕ ਸਾਰੀ ਧਰਤੀ ਉੱਤੇ ਹਨੇਰਾ ਛਾ ਗਿਆ ਕਿਉਂਕਿ ਸੂਰਜ ਦੀ ਰੌਸ਼ਨੀ ਜਾਂਦੀ ਰਹੀ ਅਤੇ ਹੈਕਲ ਦਾ ਪਰਦਾ ਵੀ ਫਾਟ ਗਿਆ। ਤਦ ਯੀਸ਼ੂ ਨੇ ਉੱਚੀ ਆਵਾਜ਼ ਨਾਲ ਪੁਕਾਰ ਕੇ ਕਿਹਾ, ਆਏ ਬਾਪ, ਮੈਂ ਆਪਣੀ ਰੂਹ ਨੂੰ ਤੁਹਾਡੇ ਹੱਥਾਂ ਵਿੱਚ ਸੌਂਪਦਾ ਹਾਂ। ਇਹ ਆਖ ਕੇ ਉਸਨੇ ਆਪਣੀ ਜਾਨ ਦੇ ਦਿੱਤੀ। ਹੁਣ ਜਦ ਸੂਬੇਦਾਰ ਨੇ ਇਹ ਸਭ ਜੋ ਵਾਪਰਿਆ ਸੀ ਵੇਖਿਆ ਤਾਂ ਉਸਨੇ ਖੁਦਾ ਦੀ ਮਹਿਮਾ ਕੀਤੀ ਅਤੇ ਕਿਹਾ, ਸੱਚਮੁੱਚ ਇਹ ਆਦਮੀ ਨਿਰਦੋਸ਼ ਸੀ। ਬਹੁਤ ਸਾਰੇ ਲੋਕ ਦੀ ਭੀੜ ਵੀ ਇਹ ਦ੍ਰਿਸ਼ ਦੇਖਣ ਲਈ ਉੱਥੇ ਇਕੱਠੀ ਸੀ। ਜਦੋਂ ਉਹਨਾਂ ਨੇ ਇਹ ਸਾਰੀਆਂ ਘਟਨਾਵਾਂ ਵੇਖੀਆਂ ਤਾਂ ਉਹ ਆਪਣੀ ਛਾਤੀ ਪਿੜਦੇ ਹੋਏ ਵਾਪਸ ਘਰਾਂ ਨੂੰ ਮੁੜ ਗਏ। ਉਸਦੀ ਜਾਣ ਪਛਾਣ ਵਾਲੇ ਸਾਰੇ ਲੋਕ ਗਲੀਲ ਤੋਂ ਉਸਦੇ ਨਾਲ ਆਈਆਂ ਔਰਤਾਂ ਸਣੇ ਦੂਰ ਖਲੋ ਕੇ ਇਹ ਸਭ ਕੁਝ ਦੇਖ ਰਹੇ ਸਨ। ਜਦ ਵੀ ਅਸੀਂ ਪਾਕਮਾਸ ਵਿੱਚ ਹਿੱਸਾ ਲੈਂਦੇ ਹਾਂ, ਸਾਨੂੰ ਹੱਥ ਜੋੜ ਕੇ ਯੀਸ਼ੂ ਦਾ ਧੰਨਵਾਦ ਕਰਨਾ ਚਾਹੀਦਾ ਹੈ ਜਿਸ ਨੇ ਸਾਡੇ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਰੋਜ਼ਾ ਰੱਖਣਾ। ਲੈਂਟਨ ਸ਼ਬਦ ਅੰਗਰੇਜ਼ੀ ਮੱਧਕਾਲ ਦੇ ਸ਼ਬਦ ਲੈਂਟਨ ਤੋਂ ਲਿਆ ਗਿਆ ਹੈ ਜਿਸ ਦਾ ਅਰਥ ਹੈ ਸਪ੍ਰਿੰਗ ਟਾਈਮ, ਬਸੰਤ ਰੁੱਤ ਦਾ ਸਮਾਂ, ਦਿਨਾਂ ਦੇ ਲੰਬੇ ਹੋਣ ਦਾ ਸਮਾਂ। ਰੋਜ਼ਿਆਂ ਦਾ ਸਮਾਂ ਕੈਥੋਲਿਕ ਧਰਮ ਵਿਧੀ ਅਨੁਸਾਰ 40 ਦਿਨਾਂ ਦਾ ਉਹ ਸਮਾਂ ਹੈ ਜਿਸ ਵਿੱਚ ਪ੍ਰਾਰਥਨਾ ਕਰਨ, ਪੁੰਨਦਾਨ ਕਰਨ, ਪਛਤਾਵਾ ਕਰਨ ਅਤੇ ਰੋਜ਼ਾ ਰੱਖਣ ਬਾਰੇ ਕਲੀਸਿਆ ਦੱਸਦੀ ਹੈ ਅਤੇ ਇਸ ਸਮੇਂ ਦਾ ਆਰੰਭ ਰਾਖ ਦੇ ਬੁੱਧਵਾਰ ਤੋਂ ਹੁੰਦਾ ਹੈ ਅਤੇ ਸਮਾਪਤੀ ਪਾਕ ਸ਼ਨੀਵਾਰ ਦੀ ਸ਼ਾਮ ਨੂੰ ਹੁੰਦੀ ਹੈ। ਪਹਿਲੀ ਸਦੀ ਵਿੱਚ ਰੋਜ਼ੇ ਰੱਖਣ ਦੀ ਪ੍ਰਥਾ ਨਹੀਂ ਸੀ। ਪਹਿਲੀ ਵਾਰ ਰੋਜ਼ੇ ਰੱਖਣ ਸੰਬੰਧੀ ਕਲੀਸਿਆ ਦੁਆਰਾ ਰੋਮ ਵਿਖੇ ਹੋਈ ਨੀਸੀਆ ਦੀ ਕੌਲਿਸ ਦੁਆਰਾ 325 ਈਸਵੀ ਵਿੱਚ ਦੱਸਿਆ ਗਿਆ ਜਦ ਸ਼ਹਿਨशाह ਨੇ ਈਸਾਈ ਧਰਮ ਨੂੰ ਰੋਮਨ ਬਾਦਸ਼ਾਹ ਦੇ ਅਧਿਕਾਰਿਤ ਰਾਜ ਧਰਮ ਵੱਲੋਂ ਮਾਨਸਾ ਦੇ ਦਿੱਤੀ। ਸੰਨ 360 ਈਸਵੀ ਵਿੱਚ ਲਾਓਡੀਸੀਨੀਆ ਕੋਲਿਸ ਨੇ ਅਧਿਕਾਰਿਤ ਤੌਰ ਤੇ ਕਲੀਸਿਆ ਨੂੰ ਰੋਜ਼ੇ ਰੱਖਣ ਦਾ ਹੁਕਮ ਦਿੱਤਾ। ਰੋਜ਼ਾ ਰੱਖਣ ਦੇ ਦਿਨਾਂ ਬਾਰੇ ਕਾਫੀ ਪ੍ਰਚਲਿਤ ਪ੍ਰਥਾਵਾਂ ਚਲਦੀਆਂ ਆ ਰਹੀਆਂ ਹਨ, ਪਰ 4ਵੀਂ ਸਦੀ ਵਿੱਚ ਰੋਜ਼ਿਆਂ ਦਾ ਸਮਾਂ ਹੁਣ ਅਨੁਸਾਰ 40 ਦਿਨਾਂ ਦਾ ਹੋ ਗਿਆ ਹੈ। ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਹੋਏ ਕਿ ਪ੍ਰਭੂ ਦਾ ਵੀਰਾਨੇ ਵਿੱਚ ਰੋਜ਼ਾ ਰੱਖਣ ਅਤੇ ਅਜਮਾਇਸ਼ਾਂ ਦਾ ਸਮਾਂ 40 ਦਿਨ ਦਾ ਸੀ। ਰਾਖ ਦਾ ਬੁੱਧਵਾਰ। ਰਿਵਾਇਤੀ ਤੌਰ ਤੇ ਰੋਜ਼ਿਆਂ ਦਾ ਆਰੰਭ ਰਾਖ ਦੇ ਬੁੱਧਵਾਰ ਤੋਂ ਹੁੰਦਾ ਹੈ। ਇਸ ਦਿਨ ਪਵਿੱਤਰ ਰਾਖ ਵਿਸ਼ਵਾਸੀਆਂ ਦੇ ਮੱਥੇ ਉੱਤੇ ਲਾਈ ਜਾਂਦੀ ਹੈ।
पुरोहित विश्वासी दे मत्थे उत्ते राख नाल सलीब दा निशान बनाउंदा होए ਇਹ शब्द कहता है, ऐ मनुख याद रख तू मिट्टी है अते मिट्टी विच ही मिल जावेगा। पाक हफ्ता रोज़ा दे 5 हफ्तियां दे बाद कलीसिया पाक हफ्ता मनाउंदी है। खजूरी ऐतवार दे नाल पाक हफ्ते दा आरंभ हुंदा है। पाकमा कलीसिया बड़ी शान नाल अपने बच्चों नूं प्रभु यीशु मसीह दी यरूशलेम विच विजय यात्रा अते प्रवेश नूं याद कराउंदी है। प्रभु यीशु दा सलीबी मौत तो पहला यरूशलेम विच दाखल होना नबियां दीयां कईयां गल्लां नूं पूरा करना सी। प्रभु यीशु ने गधी दे बच्चे उत्ते सवार होके यरूशलेम विच प्रवेश कीता। यहूदी लोकां ने अपने हत्थां विच जैतून दीयां टहनियां लैके उसदा स्वागत कीता। राह विच कपड़े विछाए ਉਹ लोग पुकार पुकार के उच्ची आवाज़ नाल ਇਹ कह रहे सन, होसना धन है ਉਹ जो आउंदा है प्रभु दे नां उत्ते, धन है जो आउण वाला साडे पिता दाऊद दा राजा, उचाइयां विच होसना। पाक वीरवार अंग्रेजी विच पाक वीरवार नूं मॉन्डी थर्सडे कहंदे हन। इस शब्द का अर्थ नवीं सिੱਖਿਆ जो लतीनी भाषा के शब्द तो आउंदी है। इस दिन 3 महान घटनावां वापरियां। पाक वीरवार नूं पाकमा कलीसिया प्रभु यीशु दे अपने रसूलां नाल खाधे आखिरी खाने भाव पाक यूकरिस्ट की स्थापना की याद मनाउंदी है। इसे दिन पुरोहिताई दे सैक्रामेंट नूं भी याद किया जाता है अते डायसिस दे बिशप अपनी डायसिस दे पुरोहित नाल मिल के क्रिसमस यानी पाक तेल नूं तैयार करदा है जो सचमुच डायसिस विच सैक्रामेंटां लई वरते जांदे हन। इसे दिन प्रभु यीशु ने अपने चेलियां दे पैर धोण दी रस्म नूं भी दोहराया जाता है। इस दिन दे जशन तो बाद पाकमा कलीसिया अपने बच्चों नूं सिखाउंदी है कि वह बड़े ही प्रार्थनामई ढंग नाल बाहरी जशन तो दूर रहंदे होए प्रभु यीशु दे पासका भेदां नूं मनाउण लई योग तैयारी कर सकण। गुड फ्राइडे पाक शुक्रवार नूं पाकमा कलीसिया प्रभु यीशु दे सलीबी मौत की यादगारी मनाउंदी है। पुराने समयां विच विश्वासी लोग सारी रात गिरजाघरां विच दुआ करदे अते रोजा रखदे सन। इस दिन हर विश्वासी रोजा रख के प्रभु यीशु दे दुखा का समर्पण करता है। इस दिन मुख्य तौर पर पाकमा कलीसिया दोपहर 3 बजे प्रभु यीशु के दुख भोग नूं याद करती है। इस दिन दीयां रस्मां विच शबद समारोह, पाक सलीब की उस्तत अते पाक शराकत नूं स्वीकार करना शामिल हन। पाक शुक्रवार दे दिन प्रभु यीशु मसीह की कलवरी पहाड़ उत्ते सलीबी मौत नूं मुख्य रूप विच याद किया जाता है। इस दिन नूं अंग्रेजी विच गुड फ्राइडे भी कहते हैं क्योंकि इस दिन प्रभु यीशु मसीह ने 3 घंटे लगातार सलीबी दुख सहे। पाक शनिवार पाकमा कलीसिया बेसब्री नाल प्रभु यीशु के मुर्दियां विचों जी उठण दी उडीक करदी है। पासका दी ईद यानी कि ईस्टर। इस दिन प्रभु यीशु के जी उठण दी याद मनाई जाती है। इस दिन प्रभु यीशु मसीह ने मौत नूं हराया अते मुर्दियां विचों तीसरे दिन फिर जी उठ के यह साबित किया कि वह जिंदा प्रभु है। पासका जागरण प्रभु यीशु का मुर्दियां विचों जी उठण का दिहाड़ा है। उन्हां दा जी उठना साडे सब लई आशा की किरण लैके आउंदा है। ईस्टर शब्द का निकास। ईस्टर शब्द एंग्लो सैक्सन शब्द की बसंत की देवी एस्तरो या इस्तारियो तो लिया गया है। ईस्टरे बसंत की रुत जीवन विच नवीनता लियाउण नूं मुख रख के मनाया जाता है। इस विच कोई शक नहीं है कि रोम की कलीसिया ने उस समय के पुरातन गैर ईसाई रिवाजां नूं एक नवा रूप दे के उन्हां ते ईसाई मोहर लगाई। इसलिए जिथे इस्तारियो बसंत रुत नवीनता लियाउंदी है उत्थे इस रुत प्रभु यीशु मसीह दे मुर्दियां विचों जी उठण दी भी खुशी मनाई जाती है। असी इस चैप्टर का फर्स्ट पार्ट पढ़ लिया है। ये चैप्टर थोड़ा लॉन्ग है इस करके इसनूं असी पार्टीशन दे विच करांगे। पहला पार्ट सी जो असी कर लिया है ईस्टर शब्द का निकास तक जो कि 41 पेज 41 पेज ते है। अगे इस चैप्टर नूं कंटिन्यू करांगे ते इसके क्वेश्चन आंसर्स करांगे नैक्सट पार्ट दे विच। धन्यवाद।